योग बारे गल करदियां प्रधानमंत्री श्री नरेंद्र मोदी ने कहा सी, योग हमारी पुरातन पारंपरिक अमूल्य देन है। योग मन व शरीर, विचार व कर्म, संयम व उपलब्धि की एकात्मता का तथा मानव व प्रकृति के बीच सामंजस्य का मूर्त रूप है। यह स्वास्थ्य व कल्याण का समग्र दृष्टिकोण है। योग केवल व्यायाम भर न होकर अपने आप से तथा विश्व व प्रकृति के साथ तादात्म्य को प्राप्त करने का माध्यम है। प्रधानमंत्री ਵੱਲੋਂ योग बारे आखे गए शब्दां ਨੂੰ ਅੱਜ ਜਨ ਸਾਧਾਰਨ ਵੀ ਸਵੀਕਾਰ ਕਰਦਾ ਹੈ। 21 ਜੂਨ 2015 ਵਾਲੇ ਦਿਨ ਪਹਿਲਾ ਕੌਮਾਂਤਰੀ ਯੋਗ ਦਿਵਸ ਮਨਾਏ ਜਾਣ ਤੋਂ ਲੈ ਕੇ ਅੱਜ ਤੱਕ ਯੋਗ ਵਿਸ਼ਵ ਭਰ ਵਿੱਚ ਲਗਾਤਾਰ ਪ੍ਰਸਿੱਧੀ ਪ੍ਰਾਪਤ ਕਰਦਾ ਜਾ ਰਿਹਾ ਹੈ। ਅੱਜ ਵਿਸ਼ਵ ਭਰ ਵਿੱਚ ਇਸ ਗੱਲ ਨੂੰ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਪੁਰਾਤਨ ਵਿਰਸੇ ਤੋਂ ਮਿਲੀ ਯੋਗ ਦੀ ਸਿੱਖਿਆ ਸਾਡੇ ਸਰੀਰ ਤੇ ਮਨ ਦੇ ਲਈ ਅਥਾਹ ਫਾਇਦੇਮੰਦ ਸਾਬਤ ਹੋ ਰਹੀ ਹੈ। ਗੌਰਮੈਂਟ ਆਯੁਰਵੈਦਿਕ ਕਾਲਜ ਪਟਿਆਲਾ ਦੇ ਯੋਗਾ ਇੰਸਟ੍ਰਕਟਰ ਵਿਪਨਦੀਪ ਥਾਪਰ ਦੇ ਸ਼ਬਦਾਂ ਵਿੱਚ, ਅਜੋਕੇ ਸਮੇਂ ਦੇ ਵਿੱਚ ਅਸੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਲਈ ਯੋਗ ਆਪਣਾ ਬਹੁਤ ਮਹੱਤਵਪੂਰਨ ਯੋਗਦਾਨ ਦਿੰਦਾ ਜਾ ਰਿਹਾ ਹੈ। ਯੋਗ ਕਰੋਨਾ ਕਾਲ ਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਕਰੋਨਾ ਕਾਲ ਦੇ ਵਿੱਚ ਡਾਕਟਰਸ ਪ੍ਰਸਕ੍ਰਾਈਬ ਕਰਦੇ ਨੇ, ਡਿਸਕ੍ਰਿਪਸ਼ਨ ਦੇ ਵਿੱਚ ਲਿਖਦੇ ਹਨ ਕਿ ਯੋਗ ਇੰਸਟ੍ਰਕਟਰ, ਯੋਗਾ ਕੋਚ, ਯੋਗਾ ਟੀਚਰ ਦੇ ਕੋਲੋਂ ਤੁਸੀਂ ਯੋਗ ਕਰੋ, ਸਾਹ ਦੀਆਂ ਕਿਰਿਆਵਾਂ ਕਰੋ, ਜਿਸ ਦੇ ਨਾਲ ਤੁਹਾਡੇ ਲੰਗਸ ਦੀ ਕਪੈਸਿਟੀ ਇੰਪਰੂਵ ਹੋਵੇ, ਤੁਹਾਡਾ ਇਮਿਊਨਿਟੀ ਸਿਸਟਮ ਜੋ ਹੈ ਉਹ ਡਿਵੈਲਪ ਹੋਵੇ ਅਤੇ ਸਰੀਰ ਦੇ ਵਿੱਚ ਖੂਨ ਦਾ ਜੋ ਦੌਰਾ ਚੱਲਦਾ ਹੈ ਉਸ ਖੂਨ ਦੇ ਦੌਰੇ ਨੂੰ ਇੰਪਰੂਵ ਕੀਤਾ ਜਾਵੇ। ਤੇ ਇਸ ਤਰ੍ਹਾਂ ਇਹਨਾਂ ਨੂੰ ਅਭਿਆਸ ਕਰਨ ਦੇ ਨਾਲ ਤੁਸੀਂ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਵਧਦੇ ਹੋ। ਭਾਵੇਂ ਅੱਜ ਯੋਗ ਨੂੰ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇੱਕ ਵਿਧੀ ਮੰਨਿਆ ਜਾਂਦਾ ਹੈ, ਪਰ ਪੁਰਾਤਨ ਗ੍ਰੰਥਾਂ ਵਿੱਚ ਇਸ ਦਾ ਵਰਣਨ ਯੋਗ ਨੂੰ ਆਤਮਾ ਨਾਲ ਜੋੜ ਕੇ ਵੇਖਦਾ ਹੈ। ਯੋਗ ਪੁਰਾਤਨ ਭਾਰਤ ਵਿੱਚ ਪੈਦਾ ਹੋਈਆਂ ਸਰੀਰਕ, ਮਾਨਸਿਕ ਤੇ ਰੂਹਾਨੀਅਤ ਨਾਲ ਸੰਬੰਧਿਤ ਕਿਰਿਆਵਾਂ ਦਾ ਨਾਮ ਹੈ। ਦੂਜੇ ਪਾਸੇ ਇਸ ਨੂੰ ਭਾਰਤੀ ਦਰਸ਼ਨ ਦੀਆਂ 6 ਆਸਤਿਕ ਪ੍ਰਣਾਲੀਆਂ ਵਿੱਚੋਂ ਇੱਕ ਵੀ ਮੰਨਿਆ ਜਾਂਦਾ ਹੈ। ਮੌਜੂਦਾ ਦੌਰ ਵਿੱਚ ਪੱਛਮੀ ਨਜ਼ਰੀਏ ਤੋਂ ਮਸ਼ਹੂਰ ਨਾਮ ਯੋਗਾ ਅਸਲ ਵਿੱਚ ਪੁਰਾਤਨ ਭਾਰਤ ਦੇ ਯੋਗ ਦਾ ਪ੍ਰਚਲਿਤ ਨਾਮ ਹੈ। ਯੋਗ ਕੁਝ ਆਸਣਾਂ ਤੇ ਪ੍ਰਾਣਾਯਾਮ ਦੀਆਂ ਵਿਧੀਆਂ ਤੋਂ ਮਿਲ ਕੇ ਬਣਦਾ ਹੈ। ਇਹ ਆਸਣ ਤੇ ਸਾਹ ਦੀਆਂ ਕਿਰਿਆਵਾਂ ਸਾਡੇ ਸਰੀਰ ਦੇ ਨਾਲ ਨਾਲ ਸਾਡੇ ਮਨ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ। ਇਸੇ ਲਈ ਤੰਦਰੁਸਤ ਸਰੀਰ ਤੇ ਖੁਸ਼ੀ ਭਰਪੂਰ ਮਨ ਦੇ ਲਈ ਯੋਗ ਨੂੰ ਹੁਣ ਜ਼ਰੂਰੀ ਸਮਝਿਆ ਜਾਂਦਾ ਹੈ। ਪ੍ਰੋਫੈਸਰ ਨਰਿੰਦਰ ਕਾਂਗ ਦੇ ਸ਼ਬਦਾਂ ਵਿੱਚ, ਯੋਗ ਵਿੱਚ ਮਨ ਦਾ ਬਹੁਤ ਮਹੱਤਵ ਹੈ। ਰੋਜ਼ਾਨਾ ਮਨੁੱਖ ਆਪਣੇ ਮਨ ਦੇ ਵਸ ਵਿੱਚ ਹੋ ਕੇ ਸੁੱਖ ਦੁੱਖ ਭੋਗਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ 5 ਵਿਕਾਰਾਂ ਕਰਕੇ ਮਨ ਦੇ ਮਗਰ ਭੱਜਦਾ ਹੋਇਆ ਆਪਣਾ ਮਾਨਸਿਕ ਚੈਨ ਗਵਾ ਲੈਂਦਾ ਹੈ ਅਤੇ ਦੁਖੀ ਰਹਿੰਦਾ ਹੈ। ਪੁਰਾਣੇ ਯੁੱਗ ਵਿੱਚ ਰਿਸ਼ੀ ਮੁਨੀ ਮਨ ਸਾਧਨਾ ਰਾਹੀਂ ਹੀ ਸਿੱਧੀਆਂ ਪ੍ਰਾਪਤ ਕਰਕੇ ਆਪਣੀ ਬਿਰਤੀ ਪ੍ਰਭੂ ਨਾਲ ਜੋੜ ਲੈਂਦੇ ਸਨ, ਜਿਸ ਕਰਕੇ ਉਹਨਾਂ ਦੇ ਮੂੰਹ 'ਚੋਂ ਬੋਲੇ ਚੰਗੇ ਅਤੇ ਮੰਦੇ ਬਚਨ ਵਰ ਜਾਂ ਸਰਾਪ ਹੋ ਨਿਬੜਦੇ ਸਨ। ਮਨ ਜਿੱਥੇ ਯੋਗ ਸਾਧਨਾ ਦੁਆਰਾ ਪਾਈ ਹੋਈ ਸ਼ਕਤੀ ਹੈ, ਉੱਥੇ ਰੋਗਾਂ ਦੀ ਆਧਾਰ ਭੂਮੀ ਵੀ ਹੈ। ਪੁਰਾਤਨ ਸਮਿਆਂ ਵਿੱਚ ਲੋਕ ਬਹੁਤ ਘੱਟ ਬਿਮਾਰ ਹੁੰਦੇ ਸਨ, ਕਿਉਂਕਿ ਉਹ ਰੋਜ਼ ਯੋਗ ਕਰਕੇ ਆਪਣੇ ਮਨ ਨੂੰ ਕਾਬੂ ਵਿੱਚ ਰੱਖਦੇ ਸਨ। ਸ੍ਰੀ ਕ੍ਰਿਸ਼ਨ ਜੀ ਭਗਵਤ ਗੀਤਾ ਵਿੱਚ ਕਹਿੰਦੇ ਹਨ ਕਿ ਮਨੁੱਖਾ ਦੇਹੀ ਰਥ ਹੈ ਅਤੇ ਇੰਦਰੀਆਂ ਉਸ ਰਥ ਦੇ ਘੋੜੇ ਹਨ। ਮਨ ਰਥ ਦਾ ਸਾਰਥੀ ਹੈ, ਆਤਮਾ ਰਥ ਦਾ ਸੁਆਮੀ ਅਤੇ ਬੁੱਧੀ ਲਗਾਮ। ਦੇਹ ਰੂਪੀ ਰਥ ਨੂੰ ਆਪਣੇ ਟੀਚੇ 'ਤੇ ਪਹੁੰਚਾਉਣ ਲਈ ਇੰਦਰੀਆਂ ਰੂਪੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਵਿਆਸਾ ਦੀ ਵਾਰ ਵਿੱਚ ਕਹਿੰਦੇ ਹਨ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾ। ਆਤਮਾ ਇਸ ਸਾਰੇ ਸਫ਼ਰ ਵਿੱਚ ਇੱਕ ਯਾਤਰੂ ਦੀ ਭੂਮਿਕਾ ਨਿਭਾਉਂਦੀ ਹੈ। ਸ਼ਬਦ ਯੋਗਾ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਯੋਗ ਦਾ ਹੀ ਦੂਜਾ ਰੂਪ ਹੈ, ਜੋ ਕਿ ਯੁਜ ਤੋਂ ਨਿਕਲਿਆ ਹੈ। ਯੋਗ ਦਾ ਅਰਥ ਹੁੰਦਾ ਹੈ ਜੋੜਨਾ, ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨਾ। ਪੁਰਾਤਨ ਭਾਰਤ ਦੇ ਵਿਦਵਾਨ ਪਾਣਿਨੀ ਅਨੁਸਾਰ ਯੋਗ ਦਾ ਮਤਲਬ ਹੈ ਯੁਜ ਸਮਾਧਾਓ, ਯਾਨੀ ਸਮਾਧੀ ਲਾਉਣੀ।
ਇਸੇ ਤਰ੍ਹਾਂ ਰਿਸ਼ੀ ਵੇਦ ਵਿਆਸ ਨੇ ਵੀ ਇਸ ਨੂੰ ਸਮਾਧੀ ਨਾਲ ਜੋੜ ਕੇ ਵੇਖਿਆ ਹੈ। ਜਿਹੜਾ ਵਿਅਕਤੀ ਯੋਗ ਦਰਸ਼ਨ ਨੂੰ ਅਤੀ ਸਮਰਪਣ ਨਾਲ ਅਪਣਾਉਂਦਾ ਹੈ ਉਸ ਨੂੰ ਯੋਗੀ ਜਾਂ ਯੋਗਿਨੀ ਕਿਹਾ ਜਾਂਦਾ ਹੈ। ਵੱਖ-ਵੱਖ ਭਾਰਤੀ ਪੁਰਾਤਨ ਸ਼ਾਸਤਰਾਂ ਜਿਵੇਂ ਯੋਗ ਸੂਤਰ, ਕਠੋ ਉਪਨਿਸ਼ਦ, ਭਗਵਦ ਗੀਤਾ ਆਦਿ ਨੇ ਯੋਗ ਨੂੰ ਕਈ ਤਰੀਕਿਆਂ ਨਾਲ ਪਰਿਭਾਸ਼ਿਤ ਕੀਤਾ ਹੈ। ਵਿਪਨਦੀਪ ਥਾਪਰ ਦੱਸਦੇ ਨੇ, ਯੋਗ ਸ਼ਬਦ ਭਾਰਤ ਦੀ ਸੰਸਕ੍ਰਿਤੀ ਦਾ ਸ਼ਬਦ ਯੁਜ ਧਾਤੂ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਆਪਸ ਦੇ ਵਿੱਚ ਮਿਲਣਾ, ਜੁੜਨਾ, ਜੋ ਕਿ ਸਰੀਰ ਦਾ ਮਨ ਦੇ ਨਾਲ ਜੁੜਨਾ ਹੋ ਸਕਦਾ ਹੈ, ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣਾ ਜੁਲਣਾ ਹੋ ਸਕਦਾ ਹੈ। ਭਗਵਤ ਗੀਤਾ ਦੇ ਅਨੁਸਾਰ ਜੋ ਯੋਗ ਹੈ, ਯੋਗਾ ਕਰਮਸ਼ੂ ਕੌਸ਼ਲਮ, ਜੋ ਕਿ ਦੂਸਰੇ ਅਧਿਆਏ ਦੇ ਵਿੱਚ 48ਵਾਂ ਸ਼ਲੋਕ ਹੈ ਅਤੇ ਦੂਸਰੇ ਅਧਿਆਏ ਦਾ 50ਵਾਂ ਸ਼ਲੋਕ ਸਮਤਮ ਯੋਗ ਉਚਤੇ, ਕਿ ਹਰ ਸਥਿਤੀ ਦੇ ਵਿੱਚ ਸਮ ਰਹਿਣਾ ਹੀ ਯੋਗ ਹੈ। ਕਿਸੇ ਤਰ੍ਹਾਂ ਦੀ ਵੀ ਸਟੇਜ ਆਏ, ਆਪਸ ਦੇ ਵਿੱਚ ਮੇਲ ਮਿਲਾਪ ਬਣਾ ਕੇ ਰੱਖਣਾ, ਜਿਸ ਤਰ੍ਹਾਂ ਕਿ ਅੱਜ ਦੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਆਪਸ ਦੇ ਵਿੱਚ ਪ੍ਰੇਮ ਪਿਆਰ ਖਤਮ ਹੁੰਦਾ ਜਾ ਰਿਹਾ ਹੈ, ਤਾਂ ਯੋਗ ਸਾਨੂੰ ਮਿਲਣਾ ਜੁਲਣਾ ਸਿਖਾਉਂਦਾ ਹੈ, ਆਪਸ ਦੇ ਵਿੱਚ ਭਾਈਚਾਰੇ ਸਿਖਾਉਂਦਾ ਹੈ। ਇਸ ਦੇ ਨਾਲ ਨਾਲ ਉਸੇ ਹੀ ਸਮੇਂ ਮਹਾਰਿਸ਼ੀ ਪਤੰਜਲੀ ਜੀ ਹੋਏ ਹਨ, ਜਿਨ੍ਹਾਂ ਨੇ ਬਹੁਤ ਹੀ ਸੁੰਦਰ ਗ੍ਰੰਥ ਪਤੰਜਲੀ ਯੋਗ ਸੂਤਰ ਲਿਖਿਆ ਹੈ, ਜਿਸ ਨੂੰ ਅਸੀਂ ਇੱਕ ਤਰ੍ਹਾਂ ਯੋਗ ਦੇ ਵਿੱਚ ਉਹਨਾਂ ਦੀ ਪੂਜਾ ਕਰਦੇ ਹਾਂ, ਗੁਰੂ ਮੰਨਦੇ ਹਾਂ, ਜਿਨ੍ਹਾਂ ਨੇ ਸਾਨੂੰ ਪਹਿਲੇ ਅਧਿਆਏ ਦੇ ਵਿੱਚ ਦੂਸਰਾ ਸ਼ਲੋਕ ਯੋਗਾ ਚਿੱਤ ਵਰੀਤੀ ਨਿਰੋਧਾ, ਕਿ ਕਿਸੇ ਵੀ ਸਟੇਜ ਦੇ ਵਿੱਚ ਚਿੱਤ ਦੀਆਂ ਜੋ ਵਰੀਤੀਆਂ ਹਨ, ਜੋ ਸਾਡੇ ਮਨ ਦੇ ਵਿੱਚ ਵਾਰ-ਵਾਰ ਵਿਚਾਰ ਆਉਂਦੇ ਰਹਿੰਦੇ ਹਨ, ਉਹਨਾਂ ਵਿਚਾਰਾਂ ਨੂੰ ਕੰਟਰੋਲ ਕਰਨਾ ਹੀ ਯੋਗ ਹੈ। ਪੁਰਾਤਨ ਗ੍ਰੰਥਾਂ ਅਨੁਸਾਰ ਯੋਗ ਦਾ ਮਕਸਦ ਮੋਕਸ਼ ਪ੍ਰਾਪਤ ਕਰਨਾ ਹੈ। ਅਸ਼ਟਾਂਗ ਯੋਗ ਦੀ ਪੁਰਾਤਨ ਪ੍ਰਣਾਲੀ ਅਨੁਸਾਰ ਯੋਗ ਰਾਹੀਂ ਸਮਾਧੀ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਸੰਪੂਰਨ ਜਾਗਰੂਕਤਾ ਦੀ ਅਵਸਥਾ ਤੱਕ ਪਹੁੰਚਿਆ ਜਾ ਸਕਦਾ ਹੈ। ਯੋਗ ਇੱਕ ਅਨੁਸ਼ਾਸਨ ਹੈ। ਇਹ ਇੱਕ ਅਜਿਹੀ ਵਿਧੀ ਹੈ ਜਿਸ ਰਾਹੀਂ ਸਰੀਰ ਤੇ ਮਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਭਾਰਤੀ ਸੱਭਿਆਚਾਰ ਦੇ ਜਾਣਕਾਰ ਡੇਵਿਡ ਗਾਰਡਨ ਵਾਈਟ ਅਨੁਸਾਰ 5ਵੀਂ ਸਦੀ ਈਸਵੀ ਪੂਰਵ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਸਮੇਂ ਤੇ ਯੋਗ ਨਾਲ ਸੰਬੰਧਿਤ ਨਿਯਮਾਂ ਨੂੰ ਸਮਝਣ ਤੇ ਸਾਨੂੰ ਕਈ ਨੁਕਤੇ ਪਤਾ ਚੱਲਦੇ ਨੇ। ਭਗਵਦ ਗੀਤਾ, ਯੋਗ ਸੂਤਰ ਅਤੇ ਬਹੁਤ ਸਾਰੇ ਬੋਧੀ ਤੇ ਜੈਨੀ ਗ੍ਰੰਥ ਯੋਗ ਨੂੰ ਪ੍ਰਤੱਖੀਕਰਨ ਦੇ ਵਿਕਾਰ ਨੂੰ ਖੋਜਣ ਤੇ ਠੀਕ ਕਰਨ ਦੀ ਵਿਧੀ ਮੰਨਦੇ ਨੇ। ਇਸੇ ਤਰੀਕੇ ਨਾਲ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਅੰਦਰੂਨੀ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਵੈਦਿਕ ਸਾਹਿਤ, ਮਹਾਕਾਵ, ਮਹਾਭਾਰਤ ਤੇ ਕੁਝ ਬੋਧੀ ਤੇ ਜੈਨੀ ਗ੍ਰੰਥਾਂ ਅਨੁਸਾਰ ਇਹ ਚੇਤਨਾ ਨੂੰ ਖੁਦ ਹੀ ਤੋਂ ਉੱਪਰ ਚੁੱਕ ਕੇ ਦੂਜਿਆਂ ਨਾਲ ਸਹਿਹੋਂਦ ਤੱਕ ਪਹੁੰਚਾਉਣ ਦੀ ਵਿਧੀ ਹੈ। ਇਸੇ ਤਰ੍ਹਾਂ ਨਿਆਇ ਵਿਸ਼ੇਸ਼ਕ ਤੇ ਬੋਧੀ ਮੱਧਿਅਮਕ ਗ੍ਰੰਥਾਂ ਵਿੱਚ ਇਸ ਨੂੰ ਸਰਵਵਿਆਪੀ ਤੇ ਗਿਆਨਵਾਨ ਚੇਤਨਾ ਤੱਕ ਪਹੁੰਚਾਉਣ ਦਾ ਰਾਹ ਦੱਸਿਆ ਗਿਆ ਹੈ। ਇਸੇ ਅਵਸਥਾ ਤੇ ਪਹੁੰਚ ਕੇ ਹੀ ਸਥਾਈ ਅਸਲੀਅਤ ਨੂੰ ਲੱਭਿਆ ਜਾ ਸਕਦਾ ਹੈ। ਯੋਗ ਉਤਪੱਤੀ ਬਾਰੇ ਪੱਕੇ ਤੌਰ ਤੇ ਦੱਸਣਾ ਮੁਸ਼ਕਿਲ ਹੈ। ਕਈ ਵਿਦਵਾਨ ਇਸ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਦੇ ਦੌਰ ਤੋਂ ਸ਼ੁਰੂ ਹੋਇਆ ਮੰਨਦੇ ਨੇ। ਦੂਜੇ ਪਾਸੇ ਕਈ ਵਿਦਵਾਨਾਂ ਅਨੁਸਾਰ ਇਸ ਦੀ ਉਤਪੱਤੀ ਵੈਦਿਕ ਕਾਲ ਵਿੱਚ ਹੋਈ ਸੀ, ਪਰ ਲਗਭਗ ਸਾਰੇ ਵਿਦਵਾਨ ਹੀ ਇਸ ਨੂੰ ਭਾਰਤੀ ਦਰਸ਼ਨ ਦੀਆਂ 6 ਆਸਤਿਕ ਵਿਧੀਆਂ ਵਿੱਚੋਂ ਇੱਕ ਮੰਨਦੇ ਨੇ। ਇਹ ਆਸਤਿਕ ਪ੍ਰਣਾਲੀਆਂ ਵੇਦਾਂ ਨੂੰ ਗਿਆਨ ਦਾ ਸੋਮਾ ਮੰਨਦੀਆਂ ਨੇ। ਭਾਰਤੀ ਦਰਸ਼ਨ ਦੀਆਂ ਨਾਸਤਿਕ ਪ੍ਰਣਾਲੀਆਂ ਜਿਵੇਂ ਬੁੱਧ ਮਤ ਤੇ ਜੈਨ ਮਤ ਵੀ ਯੋਗ ਨੂੰ ਮਹੱਤਵ ਦਿੰਦੀਆਂ ਨੇ। ਇਹ ਨਾਸਤਿਕ ਪ੍ਰਣਾਲੀਆਂ ਵੇਦਾਂ ਨੂੰ ਗਿਆਨ ਦਾ ਮੁੱਖ ਸੋਮਾ ਨਹੀਂ ਮੰਨਦੀਆਂ। ਨਰਿੰਦਰ ਕਾਂਗ ਦਾ ਕਹਿਣਾ ਹੈ ਕਿ ਅੱਜ ਦਾ ਮਨੁੱਖ ਆਪਣੇ ਪੂਰਵਜਾਂ ਨਾਲੋਂ ਵੱਖਰਾ ਹੈ। ਬਾਕੀ ਕਾਰਜ ਤਾਂ ਉਹ ਆਪਣੇ ਪੂਰਵਜਾਂ ਵਾਂਗ ਹੀ ਨਿਭਾਉਂਦਾ ਹੈ, ਪਰ ਸਰੀਰਕ ਮਿਹਨਤ ਪੱਖੋਂ ਉਹ ਨਿਠੱਲਾ ਹੋ ਗਿਆ ਹੈ, ਹਾਰ ਗਿਆ ਹੈ। ਜੋਗੀਆਂ ਅਨੁਸਾਰ ਸਾਰੇ ਸਰੀਰ ਵਿੱਚ ਸਾਡੇ ਕਈ ਚੱਕਰ ਹਨ ਜੋ ਸਾਡੀਆਂ ਸਰੀਰਕ ਕਿਰਿਆਵਾਂ ਨੂੰ ਕੰਟਰੋਲ ਕਰਦੇ ਹਨ। ਕੰਟਰੋਲ ਹੀ ਨਹੀਂ ਕਰਦੇ, ਬਲਕਿ ਸਾਡੇ ਅੰਦਰ ਦੀ ਅਪਾਰ ਸ਼ਕਤੀ ਦਾ ਅਹਿਸਾਸ ਕਰਾ ਕੇ ਉਹਦੇ ਅੰਦਰ ਸ਼ਕਤੀਆਂ ਦਾ ਸੰਚਾਰ ਕਰਦੇ ਹਨ। ਜੇ ਯੋਗ ਕਿਰਿਆਵਾਂ ਰਾਹੀਂ ਇਹਨਾਂ ਚੱਕਰਾਂ ਨੂੰ ਜਾਗਰਤ ਕੀਤਾ ਜਾਏ ਤਾਂ ਅਸੀਂ ਅਨੇਕ ਤਰ੍ਹਾਂ ਦੀਆਂ ਸ਼ਕਤੀਆਂ ਗ੍ਰਹਿਣ ਕਰ ਸਕਦੇ ਹਾਂ। ਯੋਗ ਨਾਲ ਸੰਬੰਧਿਤ ਸ਼ਬਦਾਂ ਦੀ ਵਰਤੋਂ ਸਭ ਤੋਂ ਪਹਿਲਾਂ ਸਾਨੂੰ ਰਿਗਵੇਦ ਵਿੱਚ ਮਿਲਦੀ ਹੈ, ਪਰੰਤੂ ਰਿਗਵੇਦ ਵਿੱਚ ਯੋਗ ਦੀ ਵਿਆਖਿਆ ਨਹੀਂ ਮਿਲਦੀ ਕਿ ਇਸ ਤੋਂ ਭਾਵ ਹੈ ਕੀ। ਬ੍ਰਿਹਦਰ ਨਾਇਕ ਉਪਨਿਸ਼ਦ ਵਿੱਚ ਯੋਗ ਨਾਲ ਸੰਬੰਧਿਤ ਅਭਿਆਸਾਂ ਦਾ ਜ਼ਿਕਰ ਮਿਲਦਾ ਹੈ। ਪ੍ਰਾਣਾਯਾਮ ਦਾ ਵੇਰਵਾ ਵੀ ਮਿਲਦਾ ਹੈ। ਛਾਂਦੋਗਯ ਉਪਨਿਸ਼ਦ ਵਿੱਚ ਪ੍ਰਤਿਹਾਰ ਬਾਰੇ ਜਾਣਕਾਰੀ ਮਿਲਦੀ ਹੈ, ਜਿਸ ਦਾ ਅਰਥ ਹੁੰਦਾ ਹੈ ਆਪਣੀਆਂ ਸਾਰੀਆਂ ਗਿਆਨ ਇੰਦਰੀਆਂ ਨੂੰ ਆਪਣੇ ਆਪ ਤੇ ਕੇਂਦਰਿਤ ਕਰ ਲੈਣਾ। ਇਸੇ ਤਰ੍ਹਾਂ ਜੈਮਿਨੀ ਉਪਨਿਸ਼ਦ ਵਿੱਚ ਮੰਤਰ ਉਚਾਰਨ ਤੇ ਸਵਾਸਾਂ ਨੂੰ ਕੰਟਰੋਲ ਕਰਨਾ ਸਿਖਾਇਆ ਗਿਆ ਹੈ। ਭਗਵਦ ਗੀਤਾ ਵਿੱਚ ਵੀ ਇੱਕ ਪੂਰਾ ਅਧਿਆਇ ਯੋਗ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਇਸ ਗ੍ਰੰਥ ਵਿੱਚ 3 ਪ੍ਰਕਾਰ ਦੇ ਯੋਗਾਂ ਦੀ ਗੱਲ ਕੀਤੀ ਗਈ ਹੈ: ਕਰਮ ਯੋਗ,
ਭਗਤੀ ਯੋਗ ਤੇ ਗਿਆਨ ਯੋਗ। ਪਤੰਜਲੀ ਤੇ ਯੋਗ ਸੂਤਰ ਨੂੰ ਯੋਗ ਬਾਰੇ ਬਿਹਤਰੀਨ ਗ੍ਰੰਥ ਮੰਨਿਆ ਜਾਂਦਾ ਹੈ। ਪਤੰਜਲੀ ਸਾਂਖਿਆ ਤੇ ਯੋਗ ਨੂੰ ਮਿਲਾ ਕੇ ਆਪਣਾ ਦਰਸ਼ਨ ਪੇਸ਼ ਕਰਦਾ ਹੈ। ਹਾਲਾਂਕਿ ਇਹਨਾਂ ਦੋਹਾਂ ਦਰਸ਼ਨਾਂ ਵਿੱਚ ਕੁਝ ਫਰਕ ਵੀ ਹੈ। ਯੋਗ ਨਿੱਜੀ ਪਰਮਾਤਮਾ ਦੇ ਵਿਚਾਰ ਨੂੰ ਮੰਨਦਾ ਹੈ, ਜਦੋਂ ਕਿ ਸਾਂਖਿਆ ਤਰਕਸ਼ੀਲ ਦਰਸ਼ਨ ਦਾ ਕਾਇਲ ਹੈ। ਪਤੰਜਲੀ ਦੇ ਯੋਗ ਦਰਸ਼ਨ ਨੂੰ ਅਸ਼ਟਾਂਗ ਯੋਗ ਵੀ ਆਖਿਆ ਜਾਂਦਾ ਹੈ, ਕਿਉਂਕਿ ਉਹ ਯੋਗ ਦੇ 8 ਅੰਗ ਦੱਸਦਾ ਹੈ। ਇਹ ਅੰਗ ਨੇ ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ, ਧਿਆਨ ਤੇ ਸਮਾਧੀ। ਇਸ ਬਾਰੇ ਵਿਪਨਦੀਪ ਥਾਪਰ ਦੱਸਦੇ ਨੇ। ਪਤੰਜਲੀ ਯੋਗ ਸੂਤਰ ਦੇ ਅੰਦਰ ਸਮਾਧੀ ਤੱਕ ਦੀ ਸਟੇਜ ਤੱਕ ਪਹੁੰਚਣ ਦੇ ਲਈ ਸਾਨੂੰ ਇਸ ਅਸ਼ਟਾਂਗ ਯੋਗ ਨੂੰ ਫੋਲੋ ਕਰਨਾ ਪੈਂਦਾ ਹੈ। ਆਪਣੇ ਲਾਈਫ ਸਟਾਈਲ ਦੇ ਵਿੱਚ ਕੁਝ ਬਦਲਾਵ ਲੈ ਕੇ ਆਉਣੇ ਪੈਂਦੇ ਹਨ। ਆਪਣੇ ਸਰੀਰਕ ਕਿਰਿਆਵਾਂ ਕਰਨੀਆਂ ਪੈਂਦੀਆਂ ਹਨ। ਸਰੀਰਕ ਕਿਰਿਆਵਾਂ ਨੂੰ ਆਸਨ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਪ੍ਰਾਣਾਯਾਮ ਦਾ ਅਭਿਆਸ, ਜੋ ਕਿ ਸਾਡੀ ਪ੍ਰਾਣਿਕ એનર્ਜੀ, ਵਾਈਟਲ એનર્ਜੀ ਜਿਹਨੂੰ ਕਹਿ ਦਿੰਦੇ ਆ, ਜੋ ਸਾਡੀ ਸਵਾਸ ਪ੍ਰਕਿਰਿਆ ਹੈ, ਜੀਵਨੀ ਸ਼ਕਤੀ ਹੈ, ਉਹ ਸਾਡੇ ਸਾਹਾਂ ਦੇ ਉੱਪਰ ਆਧਾਰਿਤ ਹੈ। ਸਾਹਾਂ ਨੂੰ ਕੰਟਰੋਲ ਕਰ ਲੈਣਾ ਹੀ ਸਾਡਾ ਪ੍ਰਾਣਾਯਾਮ ਹੈ। ਪ੍ਰਾਣਾਯਾਮ ਤੋਂ ਬਾਅਦ ਪ੍ਰਤਿਆਹਾਰ ਆਉਂਦਾ ਹੈ, ਜੋ ਕਿ ਸਾਡੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਉਹਨਾਂ ਇੰਦਰੀਆਂ ਨੂੰ ਜੇਕਰ ਅਸੀਂ ਆਪਣੇ ਵੱਸ ਦੇ ਵਿੱਚ ਕਰ ਲੈਂਦੇ ਹਾਂ, ਆਪਣੇ ਕੰਟਰੋਲ ਦੇ ਵਿੱਚ ਕਰ ਲੈਂਦੇ ਹਾਂ, ਤਾਂ ਉਹ ਯੋਗ ਹੈ। ਅਸ਼ਟਾਂਗ ਯੋਗ ਦਾ ਇਹ 5ਵਾਂ ਸਟੈਪ ਹੈ। 6ਵਾਂ ਸਟੈਪ ਹੈ ਧਾਰਨਾ। ਧਾਰਨਾ ਦਾ ਅਰਥ ਹੈ ਕਿ ਤੁਸੀਂ ਕਿਸ ਚੀਜ਼ ਨੂੰ ਪਾਣਾ ਚਾਹੁੰਦੇ ਹੋ, ਉਸ ਦੇ ਲਈ ਕੀ ਐਫਰਟਸ ਕਰ ਰਹੇ ਹੋ। 7ਵਾਂ ਸਟੈਪ ਹੈ ਧਿਆਨ, ਮੈਡੀਟੇਸ਼ਨ ਕਰਨਾ, ਜੋ ਅੱਜ ਕੱਲ੍ਹ ਬਹੁਤ ਪਪੂਲਰ ਹੈ। ਲੋਕ ਮੈਡੀਟੇਸ਼ਨ ਕਰਦੇ ਹਨ ਆਪਣੇ ਮਾਈਂਡ ਨੂੰ ਰਿਲੈਕਸ ਕਰਨ ਦੇ ਲਈ, ਆਪਣੀ ਤੰਦਰੁਸਤੀ ਦੇ ਲਈ। ਇਸ ਤੋਂ ਬਾਅਦ ਸਮਾਧੀ। ਸਮਾਧੀ ਦੀ ਅਵਸਥਾ ਬਹੁਤ ਉੱਚ ਦੀ ਅਵਸਥਾ ਹੈ, ਜੋ ਯੋਗ ਦੀ ਸਭ ਤੋਂ ਆਖਰੀ ਸਟੇਜ, ਜਿਸ ਨੂੰ ਸਮਾਧੀ ਦੀ ਸਟੇਜ ਕਿਹਾ ਜਾਂਦਾ ਹੈ। ਤਾਂ ਉਹ ਸਮਾਧੀ ਦੀ ਸਟੇਜ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਇਹਨਾਂ ਅੰਗਾਂ ਨੂੰ ਫੋਲੋ ਕਰਨਾ ਪੈਂਦਾ ਹੈ। ਇਹ ਅਸ਼ਟਾਂਗ ਯੋਗ ਦਾ ਪਾਠ ਹਨ। ਪ੍ਰੋਫੈਸਰ ਨਰਿੰਦਰ ਕਾਂਗ ਦੇ ਸ਼ਬਦਾਂ ਵਿੱਚ, ਮਨ ਨੂੰ ਇਕਾਗਰ ਕਰਨ ਲਈ ਯੋਗ ਸਾਧਕ ਆਪਣੇ ਭੋਜਨ ਪ੍ਰਤੀ ਵੀ ਸਜਗ ਰਹੇ। ਇਹ ਬਹੁਤ ਜ਼ਰੂਰੀ ਹੈ। ਤਾਮਸੀ ਗੁਣਾਂ ਵਾਲਾ ਭੋਜਨ ਨਾ ਖਾਏ। ਭੋਜਨ ਦੀ ਮਾਤਰਾ 'ਤੇ ਵੀ ਵਿਸ਼ੇਸ਼ ਧਿਆਨ ਦੇਵੇ। ਥੋੜ੍ਹਾ ਥੋੜ੍ਹਾ ਖਾਏ। ਨਾ ਤਾਂ ਕਮਜ਼ੋਰੀ ਮਹਿਸੂਸ ਹੋਵੇ ਅਤੇ ਨਾ ਹੀ ਵਿਕਾਰ ਪੈਦਾ ਹੋਣ। ਸੰਤੁਲਿਤ ਅਤੇ ਪੌਸ਼ਟਿਕ ਆਹਾਰ ਸਰੀਰ ਦੀ ਬਿਹਤਰੀ ਲਈ ਅਤੇ ਤੰਦਰੁਸਤੀ ਲਈ ਬਹੁਤ ਲੋੜੀਂਦੇ ਹਨ। ਜਿਹੜਾ ਵਿਅਕਤੀ ਯੋਗ ਸਾਧਨਾ ਦੇ ਸਾਰੇ ਨਿਯਮਾਂ ਦਾ ਪਾਲਨ ਕਰਦੇ ਹੋਏ ਅਭਿਆਸ ਕਰੀ ਜਾਵੇ, ਉਹ ਰਾਜ ਯੋਗੀ ਬਣ ਜਾਂਦਾ ਹੈ। ਉਸ ਦਾ ਸਰੀਰ ਤਾਂ ਤੰਦਰੁਸਤ ਰਹਿੰਦਾ ਹੀ ਹੈ, ਮਨ ਵੀ ਖਿੜਿਆ ਖਿੜਿਆ ਰਹਿੰਦਾ ਹੈ। ਇੰਝ ਉਹ ਸਰੀਰਕ ਤੇ ਮਾਨਸਿਕ ਹਰ ਤਰ੍ਹਾਂ ਦੇ ਰੋਗਾਂ ਤੋਂ ਰੋਗ ਮੁਕਤ ਰਹਿੰਦਾ ਹੈ। ਮੱਧਕਾਲ ਵਿੱਚ ਭਗਤੀ ਲਹਿਰ ਨੇ ਨਿੱਜੀ ਰੱਬ ਦੇ ਸੰਕਲਪ ਨੂੰ ਵਿਕਸਿਤ ਕੀਤਾ। ਇਸੇ ਲਹਿਰ ਦੌਰਾਨ ਸ਼ੈਵ ਅਤੇ ਵੈਸ਼ਨਵ ਪਰੰਪਰਾਵਾਂ ਨੇ ਯੋਗ ਸੂਤਰ ਨੂੰ ਰੱਬੀ ਸਮਰਪਣ ਨਾਲ ਮਿਲ ਕੇ ਯੋਗ ਨੂੰ ਭਗਤੀ ਦਾ ਇੱਕ ਸਾਧਨ ਬਣਾਇਆ। 8ਵੀਂ ਸਦੀ ਦੀਆਂ ਬੋਧੀ ਲਿਖਤਾਂ ਵਿੱਚ ਸਾਨੂੰ ਹਠ ਯੋਗ ਦਾ ਹਵਾਲਾ ਮਿਲਦਾ ਹੈ। ਹਠ ਯੋਗ ਪਤੰਜਲੀ ਤੇ ਯੋਗ ਸੂਤਰ ਨੂੰ ਸਰੀਰਕ ਆਸਣਾ ਤੇ ਸਾਹ ਕਿਰਿਆਵਾਂ ਨਾਲ ਮਿਲਾਉਂਦਾ ਹੈ। ਹਠ ਯੋਗ ਦਾ ਪ੍ਰਚਲਿਤ ਯੋਗ ਆਸਣਾ ਤੇ ਕਿਰਿਆਵਾਂ ਦੇ ਵਿਕਾਸ ਵਿੱਚ ਯੋਗਦਾਨ ਰਿਹਾ ਹੈ। 11ਵੀਂ ਸਦੀ ਵਿੱਚ ਇਰਾਨੀ ਵਿਦਵਾਨ ਅਲਬਰੂਨੀ ਭਾਰਤ ਆਇਆ ਤੇ 16 ਸਾਲ ਇੱਥੇ ਹੀ ਰਿਹਾ। ਉਸਨੇ ਕਈ ਮਹੱਤਵਪੂਰਨ ਸੰਸਕ੍ਰਿਤ ਗ੍ਰੰਥਾਂ ਦਾ ਅਰਬੀ ਤੇ ਫਾਰਸੀ ਵਿੱਚ ਅਨੁਵਾਦ ਕੀਤਾ। ਉਸਨੇ ਪਤੰਜਲੀ ਤੇ ਯੋਗ ਸੂਤਰ ਦਾ ਵੀ ਅਨੁਵਾਦ ਕੀਤਾ। ਯੋਗ ਦਰਸ਼ਨ ਨੂੰ ਏਕੇਸ਼ਵਰਵਾਦ ਅਨੁਸਾਰ ਢਾਲ ਕੇ ਉਸਨੇ ਇਸਲਾਮੀ ਦੁਨੀਆ ਤੱਕ ਪਹੁੰਚਾਇਆ। ਅੱਜ ਵੀ ਬਹੁਤ ਸਾਰੇ ਇਸਲਾਮੀ ਵਿਦਵਾਨ ਤੇ ਅਦਾਰੇ ਯੋਗ ਨੂੰ ਰੂਹਾਨੀਅਤ ਦੀ ਥਾਂ ਸਰੀਰਕ ਤੋਂ ਮਾਨਸਿਕ ਤੰਦਰੁਸਤੀ ਦਾ ਵਧੀਆ ਜ਼ਰੀਆ ਮੰਨਦੇ ਨੇ। ਵੱਖ-ਵੱਖ ਵਿਦਵਾਨਾਂ ਅਤੇ ਧਰਮ ਸੁਧਾਰਕਾਂ ਨੇ ਆਧੁਨਿਕ ਕਾਲ ਵਿੱਚ ਯੋਗ ਨੂੰ ਮੁੜ ਤੋਂ ਪ੍ਰਚਲਿਤ ਕੀਤਾ। 19ਵੀਂ ਸਦੀ ਵਿੱਚ ਬੰਗਾਲੀ ਵਿਗਿਆਨੀ ਨਵੀਨ ਚੰਦਰਪਾਲ ਨੇ ਟ੍ਰੀਟਿਸ ਔਨ ਯੋਗਾ ਫਿਲਾਸਫੀ ਕਿਤਾਬ ਲਿਖ ਕੇ ਯੋਗ ਨੂੰ ਪ੍ਰਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਸਵਾਮੀ ਵਿਵੇਕਾਨੰਦ ਨੇ 19ਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਜਦੋਂ ਅਮਰੀਕਾ ਤੇ ਯੂਰਪ ਦਾ ਦੌਰਾ ਕੀਤਾ ਤਾਂ ਪੱਛਮੀ ਦੁਨੀਆ ਨੂੰ ਯੋਗ ਤੋਂ ਜਾਣੂ ਕਰਵਾਇਆ। ਮੈਡਮ ਬਲਾਵਸਕੀ ਤੇ ਥਿਓਸਫੀ ਨੇ ਵੀ ਪੱਛਮੀ ਲੋਕਾਂ ਤੇ ਯੋਗ ਬਾਰੇ ਕਾਫੀ ਛਾਪ ਛੱਡੀ। ਯੋਗਾ ਇੰਸਟ੍ਰਕਟਰ ਵਿਪਨਦੀਪ ਥਾਪਰ ਦੇ ਸ਼ਬਦਾਂ ਵਿੱਚ, ਬਹੁਤ ਸਾਰੇ ਪੁਰਾਣੇ ਮਹਾਯੋਗੀ ਹੋਏ ਹਨ ਜੋ ਕਿ ਸਾਨੂੰ ਸਮੇਂ-ਸਮੇਂ ਤੇ ਸਮਾਜ ਦੇ ਵਿੱਚ ਆ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੇ। ਜਿਸ ਤਰ੍ਹਾਂ ਕਿ ਮਸਤੇਂਦਰ ਨਾਥ ਜੀ ਨਾਥ ਪਰੰਪਰਾ ਤੋਂ ਸ਼ੁਰੂ ਹੋਏ, ਜੋ ਕਿ 10ਵੀਂ ਸਦੀ ਦੇ ਵਿੱਚ ਹੋਏ ਹਨ। ਉਸ ਤੋਂ ਬਾਅਦ ਗੋਰਖਨਾਥ ਜੀ, ਮਹਾਤਮਾ ਬੁੱਧ ਜੋ ਮੈਡੀਟੇਸ਼ਨ ਦੇ ਵਿੱਚ ਤਿੱਬਤ ਦੇ ਵਿੱਚ ਬਹੁਤ ਫੇਮਸ ਹੋਏ ਹਨ। ਉਸ ਤੋਂ ਬਾਅਦ ਵਿਵੇਕਾਨੰਦ ਜੀ ਜੋ 19ਵੀਂ ਸਦੀ ਦੇ ਵਿੱਚ ਬਹੁਤ ਮਹਾਨ ਸਾਡੇ ਯੋਗੀ ਹੋਏ ਹਨ। ਨਰਿੰਦਰ ਬ੍ਰਹਮਚਾਰੀ ਜੀ 1924 ਦੇ ਵਿੱਚ ਉਹਨਾਂ ਦਾ ਬਰਥ ਹੋਇਆ।
ਤੇ ਦਰਿੰਦਰ ਬ੍ਰਹਮਚਾਰੀ ਜੀ ਜੋ ਇੰਦਰਾ ਗਾਂਧੀ ਜੀ ਨੂੰ ਵੀ ਯੋਗ ਕਰਾਇਆ ਕਰਦੇ ਸਨ, BKS ਅਯੰਗਰ ਜੀ ਜਿਨ੍ਹਾਂ ਦਾ ਕਿ ਪਪੂਲਰ ਨਹੀਂ ਹੋ ਪਾਏ, 2014 ਦੇ ਵਿੱਚ ਡੈਥ ਹੋਈ ਹੈ, ਜਿਨ੍ਹਾਂ ਦੀ ਕੀ ਬੁੱਕ ਹੈ ਲਾਈਟ ਔਨ ਯੋਗਾ, ਤੇ ਪਦਮ ਸ਼੍ਰੀ ਅਵਾਰਡ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ 2014 ਦੇ ਵਿੱਚ ਜੋ ਐਕਸਪਾਇਰ ਹੋਏ ਹਨ BKS ਅਯੰਗਰ ਜੀ। 2014 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਕੋਸ਼ਿਸ਼ਾਂ ਵਜੋਂ ਸੰਯੁਕਤ ਰਾਸ਼ਟਰ ਦੀ ਆਮ ਸਭਾ ਨੇ 21 ਜੂਨ ਨੂੰ कौमांत्री योग दिवस के तौर पर स्वीकार किया। गत सितंबर महीने में यूनाइटेड नेशंस में संबोधन करते हुए मैंने एक विषय रखा था और एक प्रस्ताव रखा था कि 21 जून को अंतर्राष्ट्रीय योगा दिवस के रूप में मनाना चाहिए, और सारे विश्व को अचरज हो गया, आपको भी अचरज होगा। 100 दिन के भीतर भीतर 177 देशों के समर्थन से ये प्रस्ताव पारित हो गया। इस प्रकार के प्रस्ताव में यूनाइटेड नेशन के इतिहास में सबसे ज्यादा देशों का समर्थन मिला, सबसे कम समय में प्रस्ताव पारित हुआ और विश्व के सभी भूभाग इसमें शरीक हुए। किसी भी भारतीय के लिए ये बहुत बड़ी गौरवपूर्ण घटना है। लेकिन अब जिम्मेवारी हमारी बनती है। क्या कभी सोचा था हमने कि योग विश्व को भी जोड़ने का एक माध्यम बन सकता है? वसुधैव कुटुंबकम हमारे पूर्वजों ने जो कल्पना की थी, उसमें योग एक कैटलिक एजेंट के रूप में विश्व को जोड़ने का माध्यम बन रहा है। कितने बड़े गर्व की, खुशी की बात है। लेकिन इसकी ताकत तो तब बनेगी जब हम सब बहुत बड़ी मात्रा में योग के सही स्वरूप को, योग की सही शक्ति को विश्व के सामने प्रस्तुत करें। योग दिल और दिमाग को जोड़ता है, योग रोग मुक्ति का भी माध्यम है, तो योग भोग मुक्ति का भी माध्यम है। और अब तो मैं देख रहा हूं योग शरीर मन बुद्धि को ही जोड़ने का काम करे, उससे आगे विश्व को भी जोड़ने का काम कर सकता है। हम क्यों न इसके एम्बेसडर बने, हम क्यों न इस मानव कल्याण के लिए काम आने वाली इस महत्वपूर्ण विद्या को सहज उपलब्ध कराएं। हिंदुस्तान के हर कोने में 21 जून योग दिवस मनाया जाए। 21 ਜੂਨ 2015 ਨੂੰ ਪਹਿਲਾ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਉਦੋਂ ਤੋਂ ਹਰ ਸਾਲ ਇਹ ਦਿਵਸ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਹਰ ਸਾਲ ਇਸ ਦਿਨ ਯੋਗ ਸ਼ਿਵਰ ਲਗਾਏ ਜਾਂਦੇ ਨੇ। ਆਮ ਲੋਕਾਂ ਨੂੰ ਯੋਗ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਹੈ। ਨੌਜਵਾਨ, ਬਜ਼ੁਰਗ, ਮਰਦ, ਔਰਤਾਂ, ਨੌਕਰੀ ਪੇਸ਼ਾ, ਕਾਰੋਬਾਰੀ, ਹਰ ਤਬਕੇ ਦੇ ਲੋਕ ਯੋਗ ਸਿੱਖਦੇ ਨੇ। 2020 ਵਿੱਚ ਕੋਵਿਡ-19 ਦੀ ਮਹਾਮਾਰੀ ਦੇ ਚਲਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਵਾਸੀਆਂ ਨੂੰ ਘਰ ਵਿੱਚ ਰਹਿ ਕੇ ਹੀ ਯੋਗ ਦਿਵਸ ਮਨਾਉਣ ਦੇ ਲਈ ਕਿਹਾ। ਲਗਾਤਾਰ ਯੋਗ ਕਰਨ ਵਾਲੇ ਲੋਕਾਂ ਵਿੱਚ ਅੰਦਰੂਨੀ ਸ਼ਕਤੀ ਦਾ ਵਿਕਾਸ ਹੁੰਦਾ ਹੈ। ਇਹ ਸਰੀਰਕ ਤੇ ਮਾਨਸਿਕ ਸ਼ਕਤੀ ਸਾਨੂੰ ਕੋਰੋਨਾ ਵਰਗੀਆਂ ਬਿਮਾਰੀਆਂ ਨਾਲ ਲੜਨ ਵਿੱਚ ਸਹਾਇਤਾ ਕਰਦੀ ਹੈ।